ਪੰਜਾਬੀ ਦੀ ਕਲਾਸ ਵਿੱਚ ਮੈਂ ਕਮਲਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਪੜ੍ਹਾਂਗੇ ਜਮਾਤ 8ਵੀਂ ਦੀ ਪਾਠ ਪੁਸਤਕ ਦਾ ਪਾਠ 13, ਜੋ ਕਿ ਇੱਕ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਵਤਨ। ਇਸ ਦੇ ਕਵੀ ਹਨ ਵਿਧਾਤਾ ਸਿੰਘ ਧੀਰ। ਆਓ ਪੜ੍ਹੀਏ ਕਵਿਤਾ ਵਤਨ। ਮੇਰੇ ਵਤਨ ਸਾਈਂ ਤੈਨੂੰ ਭਾਗ ਲਾਏ, ਦੇ ਕੇ ਬਰਕਤਾਂ ਸਭ ਸਾਮਾਨ ਸੋਹਣੇ। ਤੇਰੇ ਸੋਹਣੇ ਦਰਿਆ ਪਹਾੜ ਸੋਹਣੇ, ਜੰਗਲ ਜੂ ਤੇ ਬਾਗ ਮੈਦਾਨ ਸੋਹਣੇ। ਇਸ ਕਵਿਤਾ ਵਿੱਚ ਕਵੀ ਆਪਣੇ ਵਤਨ ਦੀ ਮਹਿਮਾ ਗਾਉਂਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਵਤਨ ਨੂੰ ਸਾਈਂ ਨੇ ਬਹੁਤ ਭਾਗ ਲਾਏ ਹਨ। ਇਸ ਨੂੰ ਸੋਹਣੇ ਦਰਿਆ, ਪਹਾੜ, ਜੰਗਲ, ਬਾਗ, ਮੈਦਾਨ ਦੇ ਕੇ ਸੋਹਣੀਆਂ ਬਰਕਤਾਂ ਬਖਸ਼ੀਆਂ ਹਨ। ਸੋਹਣੇ ਫਲ ਮੇਵੇ ਤੇਰੇ ਆਏ ਵਿਰਸੇ, ਬਾਂਕੇ ਗੱਭਰੂ छैल ਜਵਾਨ ਸੋਹਣੇ। ਜੰਮੇ ਪਲੇ ਖੇਡੇ ਤੇਰੀ ਗੋਦ ਅੰਦਰ, ਧਨੀ ਤੇਗ ਦੇ ਵੀਰ ਬਲਵਾਨ ਸੋਹਣੇ। ਕਵੀ ਕਹਿੰਦਾ ਹੈ ਕਿ ਮੇਰੇ ਵਤਨ ਦੇ ਵਿਰਸੇ ਵਿੱਚ ਫਲ ਅਤੇ ਮੇਵੇ ਆਏ ਹਨ। ਇੱਥੇ ਬਾਂਕੇ ਗੱਭਰੂ ਜਵਾਨ ਅਤੇ ਤਲਵਾਰ ਦੇ ਧਨੀ ਬਲਵਾਨ ਯੋਧੇ ਜੰਮੇ ਪਲੇ ਤੇ ਖੇਡੇ ਹਨ। ਪੈਦਾ ਕੀਤੇ ਤੂੰ ਸੂਰਮੇ ਮਹਾਯੋਧੇ, ਰਾਜੇ ਮਹਾਰਾਜੇ ਤੇ ਸੁਲਤਾਨ ਸੋਹਣੇ। ਸਾਨੀ ਕੋਈ ਨਹੀਂ ਤੇਰਾ ਜਹਾਨ ਅੰਦਰ, ਉੱਚੀ ਸ਼ਾਨ ਵਾਲੇ ਹਿੰਦੁਸਤਾਨ ਸੋਹਣੇ। ਕਵੀ ਕਹਿੰਦਾ ਹੈ ਕਿ ਮੇਰੇ ਵਤਨ ਨੇ ਬੜੇ ਸੂਰਮੇ ਪੈਦਾ ਕੀਤੇ ਹਨ। ਇੱਥੇ ਬੜੇ ਰਾਜੇ ਮਹਾਰਾਜੇ ਸੁਲਤਾਨ ਪੈਦਾ ਹੋਏ ਹਨ। ਮੇਰੇ ਵਤਨ ਹਿੰਦੁਸਤਾਨ ਜਿਹੀ ਉੱਚੀ ਸ਼ਾਨ ਵਾਲਾ ਹੋਰ ਕੋਈ ਦੂਸਰਾ ਜਹਾਨ 'ਤੇ ਨਹੀਂ ਹੈ। ਥਾਂ ਥਾਂ 'ਤੇ ਖੂਬ ਬਹਾਰ ਲਾਈ, ਤੇਰੇ ਝਰਨਿਆਂ ਛੰਬਾਂ ਫੁਆਰਿਆਂ ਨੇ। ਪਈਆਂ ਯਾਦ ਕਰਾਉਂਦੀਆਂ ਯਾਦਗਾਰਾਂ, ਇੱਥੇ ਬੰਦਗੀ ਕੀਤੀ ਪਿਆਰਿਆਂ ਨੇ। ਕਵੀ ਕਹਿੰਦਾ ਹੈ ਕਿ ਥਾਂ ਥਾਂ 'ਤੇ ਝਰਨੇ ਵਗ ਰਹੇ ਹਨ, ਫੁਆਰੇ ਚੱਲ ਰਹੇ ਹਨ ਅਤੇ ਕੁਦਰਤ ਨੇ ਖੂਬ ਬਹਾਰ ਲਾਈ ਹੈ। ਇੱਥੇ ਦੀਆਂ ਯਾਦਗਾਰਾਂ ਦੇਖ ਕੇ ਉਹਨਾਂ ਪਿਆਰਿਆਂ ਦੀ ਯਾਦ ਆਉਂਦੀ ਹੈ ਜਿਨ੍ਹਾਂ ਨੇ ਇੱਥੇ ਬੰਦਗੀ ਕੀਤੀ ਹੈ। ਤੈਨੂੰ ਸੱਚਾ ਸਵਰਗ ਬਣਾ ਦਿੱਤਾ, ਮੰਦਿਰ ਮਸਜਿਦਾਂ ਅਤੇ ਗੁਰਦੁਆਰਿਆਂ ਨੇ। ਤੇਰਾ ਜਾਗੇ ਅੰਦਰ ਉੱਘਾ ਨਾਂ ਕੀਤਾ, ਯੁੱਧਾਂ ਜੰਗਾਂ ਭੇੜਾਂ ਘੱਲੂਘਾਰਿਆਂ ਨੇ। ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਨੂੰ ਮੰਦਿਰ ਮਸਜਿਦਾਂ ਅਤੇ ਗੁਰਦੁਆਰਿਆਂ ਨੇ ਇੱਕ ਸਵਰਗ ਬਣਾ ਦਿੱਤਾ ਹੈ। ਸਾਰੇ ਜੱਗ ਦੇ ਅੰਦਰ ਇੱਥੇ ਹੋਈਆਂ ਯੁੱਧਾਂ ਨੇ, ਜੰਗਾਂ ਨੇ, ਘੱਲੂਘਾਰਿਆਂ ਨੇ ਮੇਰੇ ਵਤਨ ਦਾ ਨਾਂ ਰੌਸ਼ਨ ਕੀਤਾ ਹੈ। ਤੇਰੀ ਗੋਦ ਵਿੱਚ ਲੱਖਾਂ ਸ਼ਹੀਦ ਸੁੱਤੇ, ਜਿਹੜੇ ਅਣਖ ਲਈ ਹੋਏ ਕੁਰਬਾਨ ਸੋਹਣੇ। ਤੇਰੇ ਕਿਣਕਿਆਂ ਦੇ ਅੰਦਰ ਵੀਰਤਾ ਹੈ, ਮੇਰੇ ਵਤਨ ਪਿਆਰੇ ਹਿੰਦੁਸਤਾਨ ਸੋਹਣੇ। ਕਵੀ ਕਹਿੰਦਾ ਹੈ ਕਿ ਮੇਰੇ ਦੇਸ਼ ਹਿੰਦੁਸਤਾਨ ਦੀ ਗੋਦ ਵਿੱਚ ਲੱਖਾਂ ਸ਼ਹੀਦ ਸੁੱਤੇ ਹਨ, ਜਿਹੜੇ ਆਪਣੇ ਦੇਸ਼ ਦੀ ਅਣਖ ਬਚਾਉਣ ਲਈ ਕੁਰਬਾਨ ਹੋ ਗਏ। ਇੱਥੇ ਦੇ ਕਿਣਕੇ ਕਿਣਕੇ ਅੰਦਰ ਵੀਰਤਾ ਭਰੀ ਹੋਈ ਹੈ। ਜਨਮ ਭੂਮੀ ਤੂੰ ਕੌਰਵਾਂ ਪਾਂਡਵਾਂ ਦੀ, ਤੇਰੀ ਗੋਦ ਵਿੱਚ ਕ੍ਰਿਸ਼ਨ ਮੁਰਾਰ ਆਏ। ਤੇਰੀ ਸੋਹਣੀ ਤਲਵੰਡੀ 'ਤੇ ਗੁਰੂ ਨਾਨਕ ਕਹਿੰਦੇ ਸੱਤ ਕਰਤਾਰ ਕਰਤਾਰ ਆਏ। ਕਵੀ ਕਹਿੰਦਾ ਹੈ ਕਿ ਇਹ ਜਨਮ ਭੂਮੀ ਹੈ ਕੌਰਵਾਂ ਪਾਂਡਵਾਂ ਦੀ। ਇੱਥੇ ਕੌਰਵ ਪਾਂਡਵ ਅਤੇ ਕ੍ਰਿਸ਼ਨ ਵਰਗੇ ਆਏ। ਇੱਥੇ ਗੁਰੂ ਨਾਨਕ ਨੇ ਤਲਵੰਡੀ ਦੀ ਧਰਤੀ 'ਤੇ ਜਨਮ ਲਿਆ ਅਤੇ ਇਸ ਧਰਤੀ ਨੂੰ ਤਾਰ ਦਿੱਤਾ। ਅਕਬਰ ਜਿਆਂ ਇੱਥੇ ਨਿਆਂ ਕੀਤੇ, ਚਿਸ਼ਤੀ ਜਿਹੇ ਵੀ ਵਲੀ ਹਜ਼ਾਰ ਆਏ। ਤੇਰੀ ਸੋਹਣੀ ਸੁਹਾਵਣੀ ਭੋਏ ਉੱਤੇ, ਗੁਰੂ ਪੀਰ ਪੈਗੰਬਰ ਅਵਤਾਰ ਆਏ। ਕਵੀ ਕਹਿੰਦਾ ਹੈ ਕਿ ਅਕਬਰ ਜਿਹੇ ਰਾਜੇ ਅਤੇ ਚਿਸ਼ਤੀ ਜਿਹੇ ਪੀਰ ਪੈਗੰਬਰ ਇੰਨੇ ਨੇ ਜਨਮ ਲਿਆ ਕਿ ਇੱਥੋਂ ਦੀ ਧਰਤੀ ਨੂੰ ਸੁਹਾਵਣੀ ਕਰ ਦਿੱਤਾ। ਇਸ ਧਰਤੀ 'ਤੇ ਬਹੁਤ ਪੀਰ ਪੈਗੰਬਰ ਅਵਤਾਰ ਆਏ ਹਨ। ਤੂੰ ਹੀ ਗੁਰੂ ਹੈ ਫਲਸਫੇ ਸਾਇੰਸਾਂ ਦਾ, ਤੇਰੇ ਵਿੱਚ ਹੀ ਹੋਏ ਗਿਆਨ ਸੋਹਣੇ। ਬੇਸ਼ੱਕ ਹੋਣਗੇ ਚੀਨ ਜਪਾਨ ਸੋਹਣੇ, ਸੋਹਣਾ ਤੂੰ ਸਭ ਤੋਂ ਹਿੰਦੁਸਤਾਨ ਸੋਹਣੇ। ਕਵੀ ਕਹਿੰਦਾ ਹੈ ਕਿ ਬੇਸ਼ੱਕ ਚੀਨ ਜਪਾਨ ਸਭ ਤੋਂ ਸੋਹਣੇ ਹੋਣਗੇ, ਪਰ ਸਾਰੇ ਫਲਸਫੇ ਸਾਇੰਸਾਂ ਦਾ ਗੁਰ ਹਿੰਦੁਸਤਾਨ ਨੇ ਹੀ ਸਾਰੀ ਦੁਨੀਆ ਨੂੰ ਦਿੱਤਾ ਹੈ। ਮੇਰੀ ਆਤਮਾ ਸਦਾ ਹੀ ਰਹੇ ਵਹਿੰਦੀ, ਤੇਰੀਆਂ ਯਾਦਗਾਰਾਂ ਤੇ ਨਿਸ਼ਾਨ ਸੋਹਣੇ। ਤੀਰ ਦਿਲੋਂ ਇਹ ਸਦਾ ਅਸੀਸ ਨਿਕਲੇ, ਘੁੱਗ ਵਸ ਮੇਰੇ ਹਿੰਦੁਸਤਾਨ ਸੋਹਣੇ। ਕਵੀ ਕਹਿੰਦਾ ਹੈ ਕਿ ਉਸ ਦੀ ਆਤਮਾ ਅੰਦਰੋਂ ਸਦਾ ਹੀ ਅਸੀਸ ਨਿਕਲਦੀ ਹੈ
ਕਿ ਮੇਰਾ ਦੇਸ਼ ਹਮੇਸ਼ਾ ਇਸੇ ਤਰ੍ਹਾਂ ਘੁੱਗ ਵਸਦਾ ਰਹੇ। ਇਸ ਦੇ ਨਾਲ ਹੀ ਇਸ ਪਾਠ ਦਾ ਅਭਿਆਸ ਕੰਮ ਆਉਂਦਾ ਹੈ। ਪਹਿਲਾਂ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਵਤਨ ਕਵਿਤਾ ਕਿਸ ਲੇਖਕ ਦੀ ਰਚਨਾ ਹੈ? ਵਿਧਾਤਾ ਸਿੰਘ ਤੀਰ ਦੀ। ਕਵੀ ਨੂੰ ਵਿਰਸੇ ਵਿੱਚ ਕੀ ਮਿਲਿਆ ਹੈ? ਕਵੀ ਨੂੰ ਵਿਰਸੇ ਵਿੱਚ ਸੋਹਣੇ ਫਲ ਤੇ ਮੇਵੇ ਮਿਲੇ ਹਨ। ਕਵਿਤਾ ਵਿੱਚ ਕਿਹੜੀਆਂ ਬਰਕਤਾਂ ਦਾ ਵਰਣਨ ਹੈ? ਕਵਿਤਾ ਵਿੱਚ ਦਰਿਆ, ਪਹਾੜ, ਜੰਗਲ ਅਤੇ ਮੈਦਾਨਾਂ ਦੀਆਂ ਬਰਕਤਾਂ ਦਾ ਵਰਣਨ ਹੈ। ਤਲਵੰਡੀ ਦੀ ਧਰਤੀ 'ਤੇ ਕਿਹਨਾਂ ਦਾ ਜਨਮ ਹੋਇਆ? ਤਲਵੰਡੀ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਕਵੀ ਦੀ ਆਤਮਾ ਹਰ ਵੇਲੇ ਕੀ ਵੇਖਣਾ ਲੋਚਦੀ ਹੈ? ਕਵੀ ਦੀ ਆਤਮਾ ਹਰ ਵੇਲੇ ਹਿੰਦੁਸਤਾਨ ਨੂੰ ਘੁੱਗ ਵਸਦੇ ਵੇਖਣਾ ਲੋਚਦੀ ਹੈ। ਇਸ ਤੋਂ ਬਾਅਦ ਹਨ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਕਿਹੜੀਆਂ ਚੀਜ਼ਾਂ ਨੇ ਵਤਨ ਨੂੰ ਸਵਰਗ ਬਣਾ ਦਿੱਤਾ ਹੈ? ਮੰਦਿਰਾਂ, ਮਸਜਿਦਾਂ ਤੇ ਗੁਰਦੁਆਰਿਆਂ ਨੇ ਵਤਨ ਨੂੰ ਸਵਰਗ ਬਣਾ ਦਿੱਤਾ ਹੈ। ਵਤਨ ਦੀ ਭੂਮੀ 'ਤੇ ਕਿਹੜੇ ਪੀਰ ਪੈਗੰਬਰਾਂ ਨੇ ਜਨਮ ਲਿਆ? ਵਤਨ ਦੀ ਭੂਮੀ 'ਤੇ ਸ਼੍ਰੀ ਕ੍ਰਿਸ਼ਨ, ਗੁਰੂ ਨਾਨਕ ਤੇ ਚਿਸ਼ਤੀ ਜਿਹੇ ਅਨੇਕਾਂ ਪੀਰ ਪੈਗੰਬਰਾਂ ਨੇ ਜਨਮ ਲਿਆ। ਕਵੀ ਨੇ ਵਤਨ ਦੇ ਸੁਹੱਪਣ ਦਾ ਕਿਵੇਂ ਵਰਣਨ ਕੀਤਾ ਹੈ? ਕਵੀ ਨੇ ਸੋਹਣੇ ਪਹਾੜਾਂ, ਮੈਦਾਨਾਂ, ਪਰਬਤਾਂ, ਦਰਿਆਵਾਂ ਅਤੇ ਝਰਨਿਆਂ ਦਾ ਜ਼ਿਕਰ ਕਰਦੇ ਹੋਏ ਵਤਨ ਦੇ ਸੁਹੱਪਣ ਦਾ ਵਰਣਨ ਕੀਤਾ ਹੈ। ਇਸ ਤੋਂ ਬਾਅਦ ਆਉਂਦੀਆਂ ਹਨ ਖਾਲੀ ਥਾਵਾਂ ਭਰੋ। ਪਹਿਲੀ ਹੈ ਰਾਜੇ ਮਹਾਰਾਜੇ ਤੇ ਸੁਲਤਾਨ ਸੋਹਣੇ, ਥਾਂ ਥਾਂ 'ਤੇ ਖੂਬ ਬਹਾਰ ਲਾਈ, ਤੈਨੂੰ ਸੱਚਾ ਸਵਰਗ ਬਣਾ ਦਿੱਤਾ, ਤੇਰੀ ਗੋਦ ਵਿੱਚ ਲੱਖਾਂ ਸ਼ਹੀਦ ਸੁੱਤੇ, ਤੂੰ ਹੀ ਗੁਰੂ ਹੈ ਫਲਸਫੇ ਸਾਇੰਸਾਂ ਦਾ। ਇਸ ਤੋਂ ਬਾਅਦ ਆਉਂਦੇ ਹਨ ਵਾਕਾਂ ਵਿੱਚ ਵਰਤੋ। ਪਹਿਲਾ ਸ਼ਬਦ ਹੈ ਭਾਗ ਲਾਉਣਾ। ਸਾਈਂ ਨੇ ਸਾਡੇ ਵਤਨ ਨੂੰ ਬੜੇ ਭਾਗ ਲਾਏ ਹਨ। ਦੂਸਰਾ ਸ਼ਬਦ ਹੈ ਬਰਕਤਾਂ। ਮਿਹਨਤੀ ਮਨੁੱਖਾਂ ਦੇ ਹੱਥਾਂ ਵਿੱਚ ਬਹੁਤ ਬਰਕਤਾਂ ਹੁੰਦੀਆਂ ਹਨ। ਤੀਸਰਾ ਸ਼ਬਦ ਹੈ छैल ਜਵਾਨ। ਦੇਸ਼ ਦੇ ਸੁਨਹਿਰੀ ਭਵਿੱਖ ਲਈ छैल ਜਵਾਨਾਂ ਦੀ ਸਿਹਤ ਬਹੁਤ ਜ਼ਰੂਰੀ ਹੈ। ਅਗਲਾ ਸ਼ਬਦ ਹੈ ਬਲਵਾਨ। ਭਾਰਤ ਦੇ ਇਤਿਹਾਸ ਵਿੱਚ ਅਨੇਕਾਂ ਬਲਵਾਨ ਯੋਧੇ ਹੋਏ ਹਨ। ਬੰਦਗੀ ਕਰਨਾ। ਗੁਰੂਆਂ ਸੰਤਾਂ ਨੇ ਸਾਨੂੰ ਬੰਦਗੀ ਕਰਨਾ ਸਿਖਾਇਆ ਹੈ। ਘੁੱਗ ਵਸਣਾ। ਕਵੀ ਹਿੰਦੁਸਤਾਨ ਨੂੰ ਘੁੱਗ ਵਸਦੇ ਵੇਖਣਾ ਚਾਹੁੰਦਾ ਹੈ। ਇਸ ਤੋਂ ਬਾਅਦ ਆਉਂਦੇ ਹਨ ਸ਼ਬਦ ਹਿੰਦੀ ਅੰਗਰੇਜ਼ੀ ਵਿੱਚ ਲਿਖੋ। ਪੰਜਾਬੀ ਸ਼ਬਦ ਹੈ ਬਾਗ, ਹਿੰਦੀ ਵਿੱਚ ਬਗੀਚਾ, ਅੰਗਰੇਜ਼ੀ ਵਿੱਚ ਗਾਰਡਨ। ਬਲਵਾਨ, ਤਾਕਤਵਰ, ਸਟਰੋਂਗ। ਪੰਜਾਬੀ ਸ਼ਬਦ ਸੋਹਣਾ, ਸੁੰਦਰ, ਬਿਊਟੀਫੁਲ। ਸ਼ਹੀਦ, ਸ਼ਹੀਦ, ਮਾਰਟੀਅਰ। ਗਿਆਨ, ਗਿਆਨ, ਨੌਲੇਜ। ਆਤਮਾ, ਆਤਮਾ, ਸੋਲ। ਇਸ ਨਾਲ ਹੀ ਅਭਿਆਸ ਕੰਮ ਖਤਮ ਹੁੰਦਾ ਹੈ। ਧੰਨਵਾਦ।